दोस्तों आज इस वीडियो ਦੇ ਵਿੱਚ ਮੈਂ ਇੱਕ ਬਹੁਤ ਹੀ ਵੱਖਰੇ ਕਿਰਦਾਰ ਵਾਲੀ ਮਹਿਲਾ ਜੋ ਕਿ ਬਹੁਤ ਹੀ ਵਿਵਾਦਿਤ ਮਹਿਲਾ ਪੰਜਾਬ ਦੇ ਵਿੱਚ ਰਹੀ ਖਾੜਕੂਵਾਦ ਦੇ ਦੌਰ ਦੇ ਵਿੱਚ ਇਸ ਮਹਿਲਾ ਦੀ ਭੂਮਿਕਾ ਬਹੁਤ ਹੀ ਵਿਵਾਦਿਤ ਰਹੀ ਉਸ ਉੱਤੇ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ। ਇਹ ਐਸੀ ਮਹਿਲਾ ਹੈ ਜਿਸ ਦੀ ਕਹਾਣੀ ਦੇ ਉੱਤੇ ਬਾਲੀਵੁੱਡ ਦੀ ਇੱਕ ਫਿਲਮ ਵੀ ਬਣਨੀ ਤੈਅ ਹੋਈ ਸੀ। ਹਾਲਾਂਕਿ ਉਹ ਬਾਲੀਵੁੱਡ ਦੀ ਫਿਲਮ ਬਣੀ ਜਾਂ ਨਹੀਂ ਬਣੀ ਉਸ ਉੱਤੇ ਤਾਂ ਬਿਲਕੁਲ ਜਾਣਕਾਰੀ ਨਹੀਂ ਹੈ, ਲੇਕਿਨ ਇਸ ਮਹਿਲਾ ਨੂੰ ਦੋ ਵੱਖ-ਵੱਖ ਸਕੂਲ ਆਫ ਥਾਟਸ ਹੈਗੇ ਨੇ, ਦੋ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਅਲੱਗ-ਅਲੱਗ ਤਰੀਕੇ ਨਾਲ ਵੇਖਦੇ ਨੇ। ਇੱਕ ਪਾਸੇ ਇੱਕ ਪੰਜਾਬ ਪੁਲਿਸ ਹੈ ਜਿਸ ਨੇ ਕਿ ਇਸ ਮਹਿਲਾ ਨੂੰ ਇੱਕ ਸ਼ੌਰਯ ਚੱਕਰ ਦੇ ਨਾਲ ਨਵਾਜ਼ਿਆ ਵੀ, ਪੰਜਾਬ ਸਰਕਾਰ ਵੱਲੋਂ ਉਸ ਨੂੰ ਸ਼ੌਰਯ ਚੱਕਰ ਦਿੱਤਾ ਗਿਆ ਤੇ 18 ਖਾੜਕੂਆਂ ਦੇ ਖਿਲਾਫ ਲੜਾਈ ਲੜਨ ਤੇ ਉਹਨਾਂ ਨੂੰ ਮੁਕਾਬਲਿਆਂ ਦੇ ਵਿੱਚ ਐਨਕਾਊਂਟਰਾਂ ਦੇ ਜ਼ਰੀਏ ਢੇਰ ਕਰਨ ਦੇ ਵਿੱਚ ਇਸ ਮਹਿਲਾ ਦੀ ਜਿਹੜੀ ਭੂਮਿਕਾ ਸੀ ਜਾਂ ਇਸ ਮਹਿਲਾ ਨੂੰ ਜਿਹੜਾ ਸਿਹਰਾ ਇਹਦੇ ਸਿਰ ਬੰਨਿਆ ਗਿਆ ਉਸ ਦੇ ਐਵਜ਼ ਦੇ ਵਿੱਚ ਸ਼ੌਰਯ ਚੱਕਰ ਦੇ ਨਾਲ ਇਸ ਮਹਿਲਾ ਨੂੰ ਅਵਾਰਡ ਕੀਤਾ ਗਿਆ, ਸਨਮਾਨਿਤ ਕੀਤਾ ਗਿਆ। एक बहुत ही खूंखार ਨਾਂ ਸੀ ਤੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਵਾਲੇ ਇਲਾਕੇ ਦੇ ਵਿੱਚ ਇਸ ਮਹਿਲਾ ਦੀ ਤੂਤੀ ਬੋਲਦੀ ਰਹੀ ਹੈ। ਲੇਟ 80s ਤੇ अर्ਲੀ 90s ਦੇ ਵਿੱਚ ਇਸ ਮਹਿਲਾ ਦੀ ਜਿਹੜੀ ਵੀ ਕਹਾਣੀ ਸੀ ਇੱਕ ਬਹੁਤ ਹੀ ਲੰਬੀ ਚੌੜੀ ਕਹਾਣੀ ਸੀ ਤੇ ਬਹੁਤ ਹੀ ਦਿਲਚਸਪ ਕਹਾਣੀ ਹੈ। ਸੋ ਮੈਂ ਸੋਚਿਆ ਵੀ ਅੱਜ ਅਸੀਂ ਇਸ ਮਹਿਲਾ ਦੀ ਗੱਲ ਕਰੀਏ ਜਿਸ ਦਾ ਨਾਂ ਸੀ ਅਮਰੀਕ ਕੌਰ। ਇਸ ਨੂੰ ਅਮਰੀਕੋ ਵੀ ਕਿਹਾ ਜਾਂਦਾ ਸੀ ਕਿਉਂਕਿ ਜਦੋਂ ਨਿਹੰਗ ਅਜੀਤ ਸਿੰਘ ਪੂਲੇ ਬਾਰੇ ਮੈਂ ਕਈ ਵੀਡੀਓਜ਼ ਬਣਾਏ ਤੇ ਉਹ ਸਾਰੀ ਘਟਨਾਵਾਂ ਦਾ ਜਿਹੜਾ ਵੇਰਵਾ ਆਪਣੀ ਵੀਡੀਓਜ਼ ਦੇ ਵਿੱਚ ਸਾਂਝਾ ਕੀਤਾ ਤਾਂ ਬਹੁਤ ਸੇ ਲੋਕਾਂ ਵੱਲੋਂ ਇਸ ਤਰੀਕੇ ਦੀ ਫੀਡਬੈਕ ਵੀ ਆਈ ਤੇ ਬਹੁਤ ਸੇ ਸਮਿਆਂ ਤੇ ਜ਼ਿਕਰ ਵੀ ਇਸ ਮਹਿਲਾ ਦਾ ਆਂਦਾ ਰਿਹਾ। ਇਸ ਮਹਿਲਾ ਦਾ ਨਾਮ ਅਮਰੀਕੋ ਸੀ ਤੇ ਇਹ ਪੂਲੇ ਦੀ ਖਾਸ ਸਾਥਣ ਸਮਝੀ ਜਾਂਦੇ ਸੀ, ਯਾਨੀ ਕਿ ਉਹਦੀ ਬਹੁਤ ਹੀ ਕਰੀਬੀ ਮਹਿਲਾ ਇਸ ਨੂੰ ਮੰਨਿਆ ਜਾਂਦਾ ਸੀ। ਉਸ ਦੇ ਨਾਲ ਇਹਦੀ ਸਾਂਝ ਜਿਹੜੀ ਸੀ ਉਹ ਬਹੁਤ ਲੰਬੀ ਚੌੜੀ ਸੀ। ਸੋ ਇਸ ਨੂੰ ਸਟੱਡੀ ਕਰਨ ਦਾ ਮੌਕਾ ਮਿਲਿਆ ਤੇ ਇਸ ਬਾਰੇ ਜਿਹੜੇ ਵੀ ਫੈਕਟ ਜਾਂ ਮਾਲੂਮਾਤ ਇਕੱਠੀ ਕੀਤੀ ਉਸ ਦੇ ਵਿੱਚੋਂ ਜਿਹੜੇ ਤੱਥ ਸਾਹਮਣੇ ਆਏ ਉਹ ਬਹੁਤ ਹੀ ਦਿਲਚਸਪ ਸਨ। ਸੋ ਸੋਚਿਆ ਵੀ ਇੱਕ ਵੀਡੀਓ ਦੇ ਜ਼ਰੀਏ ਵੀ ਸਾਂਝੇ ਕੀਤੇ ਜਾਣ। ਸੋ ਅਮਰੀਕ ਕੌਰ ਦੀ ਅੱਜ ਕਹਾਣੀ ਲੈ ਕੇ ਹਾਜ਼ਰ ਹੈ। ਅਮਰੀਕੋ ਇਸ ਦਾ ਨਾਂ ਸੀ ਤੇ ਪਿੰਡ ਅਮਰਕੋਟ ਦੀ ਰਹਿਣ ਵਾਲੀ ਸੀ। ਅਮਰਕੋਟ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨਾ ਅਮਰੀਕੋ ਦਾ ਮੁੱਖ ਧੰਦਾ ਸੀ। ਅਮਰਕੋਟ ਦੇ ਵਿੱਚ ਅਮਰੀਕੋ ਦਾ ਵਿਆਹ ਹੋਇਆ ਸੀ। ਉਸ ਦੇ ਪਤੀ ਦਾ ਨਾਂ ਸੀ ਸੁਬੇਗ ਸਿੰਘ। ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਸਾਰੇ ਸਨ। ਇੱਕ ਬਹੁਤ ਹੀ ਛੋਟਾ ਜਿਹਾ ਕਮਰਾ ਲੈ ਕੇ ਇਹ ਅਮਰਕੋਟ ਪਿੰਡ ਦੇ ਵਿੱਚ ਰਿਹਾ ਕਰਦੇ ਸਨ। ਅਮਰੀਕੋ ਤੇ ਉਸ ਦਾ ਪਤੀ ਕੋਲ ਵੀ ਕੁਝ ਖਾਸ ਕਰਨ ਨੂੰ ਸੀ ਨਹੀਂ, ਲੇਕਿਨ ਅਮਰੀਕੋ ਦਾ ਜਿਹੜਾ ਕੰਮ ਸੀ ਉਹ ਸੀ ਥੈਲੀਆਂ ਤੇ ਪੈਕਟਾਂ ਦੇ ਵਿੱਚ ਨਜਾਇਜ਼ ਸ਼ਰਾਬ ਨੂੰ ਵੇਚਣਾ। ਉਹ ਸ਼ਰਾਬ ਜੋ ਕਿ ਘਰਾਂ 'ਚੋਂ ਕੱਢੀ ਜਾਂਦੀ ਸੀ ਜਾਂ ਨਜਾਇਜ਼ ਤਰੀਕੇ ਨਾਲ ਉਹਨਾਂ ਦਿਨਾਂ ਦੇ ਵਿੱਚ ਵੀ ਬਣਾਈ ਜਾਂਦੀ ਸੀ। ਅਸੀਂ ਇੱਥੇ ਇਹ ਵੀ ਜ਼ਿਕਰ ਕਰੀ ਦਾ ਕਿ ਤਰਨਤਾਰਨ ਤੇ ਬਟਾਲੇ ਇਹ ਸਾਰਾ ਇਲਾਕਾ ਉਹੀ ਇਲਾਕਾ ਹੈ ਜਿੱਥੇ ਕਿ ਸਾਲ 2020 ਦੇ ਵਿੱਚ ਐਡੀ ਵੱਡੀ ਇੱਕ ਨਜਾਇਜ਼ ਸ਼ਰਾਬ ਦੀ ਇੱਕ ਟ੍ਰੈਜਡੀ ਹੋਈ। 125 ਤੋਂ ਵੱਧ ਲੋਕ ਮਾਰੇ ਗਏ। ਉਹ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਹਵਾ ਦੇ ਵਿੱਚ ਹੈਗੀਆਂ ਨੇ, ਲੇਕਿਨ ਉਹੀ ਨਜਾਇਜ਼ ਸ਼ਰਾਬ ਦਾ ਧੰਦਾ ਤੁਸੀਂ ਵੇਖੋ ਵੀ 86-87 ਦੇ ਸਨ ਦੀ ਮੈਂ ਗੱਲ ਕਰ ਰਿਹਾ, ਉਸ ਵਕਤ ਅਮਰੀਕੋ ਕਰਿਆ ਕਰਦੀ ਸੀ। ਬੱਸਾਂ ਦੇ ਵਿੱਚ ਪੈਕਟਾਂ ਦੇ ਵਿੱਚ ਜਾ ਕੇ ਵੀ ਉਹ ਸ਼ਰਾਬ ਵੇਚਣ ਦਾ ਕੰਮ ਤੇ ਧੰਦਾ ਕਰਦੀ ਸੀ। ਅਖੀਰ ਦੇ ਵਿੱਚ ਕਿਵੇਂ ਅਮਰੀਕੋ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੀ ਇੱਕ ਬੂਟਲੈਗਰ, ਜਿਸ ਨੂੰ ਆਪਾਂ ਕਹਿੰਦੇ ਬੇਸਿਕਲੀ ਬੂਟਲੈਗਰ ਇਹ ਲੋਕਾਂ ਨੂੰ ਕਿਹਾ ਜਾਂਦਾ ਜੋ ਕਿ ਅੱਗੇ ਕਰਿੰਦੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਸ਼ਰਾਬ ਦੇਣਾ ਹੁੰਦਾ, ਕਿਉਂਕਿ ਬਹੁਤ ਗਰੀਬ ਪਰਿਵਾਰ ਤੋਂ ਸੀ। ਕੋਈ ਵੱਡਾ ਰੈਕਟ ਜਾਂ ਨੈਕਸਸ ਰਨ ਨਹੀਂ ਸੀ ਕਰਦੀ, ਬਲਕਿ ਇਹ ਤਾਂ ਇੱਕ ਛੋਟਾ ਜਿਹਾ ਬੂਟ ਲੈਗਿੰਗ ਦਾ ਕੰਮ ਇਹਦਾ ਸੀ। ਕਿਸ ਤਰੀਕੇ ਨਾਲ ਇਹ ਮਹਿਲਾ ਇੱਕ ਬਹੁਤ ਹੀ ਛੋਟੇ ਪੱਧਰ ਤੋਂ ਉੱਠ ਕੇ ਪੰਜਾਬ ਪੁਲਿਸ ਦੀ ਇੱਕ ਪੁਲਿਸ ਭਰਤੀ ਹੋਈ। ਇਸ ਨੂੰ ਬਕਾਇਦਾ ਇੱਕ ਰੈਂਕ ਪੰਜਾਬ ਪੁਲਿਸ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਸ਼ੌਰਯ ਚੱਕਰ ਮਿਲਿਆ। ਇਹ ਕਹਾਣੀ ਹੈ ਜੋ ਕਿ ਆਪਾਂ ਅੱਜ ਚਰਚਾ ਵਿੱਚ ਲੈ ਰਹੇ ਹਾਂ। ਸੋ ਅਮਰੀਕੋ ਬੇਸਿਕਲੀ ਸ਼ਰਾਬ ਵੇਚਦੀ ਰਹਿ ਰਹੀ ਸੀ, ਲੇਕਿਨ ਅਮਰੀਕੋ ਦਾ ਜਿਹੜਾ ਟਾਕਰਾ ਸੀ ਉਹ ਅਜੀਤ ਸਿੰਘ ਪੂਲੇ ਨਾਲ ਬਹੁਤ ਇੱਕ ਨਾਟਕੀ ਢੰਗ ਨਾਲ ਦੱਸਿਆ ਜਾਂਦਾ ਹੈ ਹੋਇਆ ਹੈ। ਜਿਹੜੀ ਵੀ ਉਸ ਵਕਤ ਦੇ ਰਸਾਲੇ ਜਾਂ ਜੋ ਵੀ ਲਿਟਰੇਚਰ ਮੌਜੂਦ ਹੈ ਉਸ ਮੁਤਾਬਿਕ ਅਜੀਤ ਸਿੰਘ ਪੂਲਾ, ਜਿਸ ਦਾ ਕਿ ਖੌਫ ਤੇ ਆਤੰਕ ਤੁਸੀਂ ਸੁਣਿਆ ਹੀ ਹੈ ਵੀ ਕਿਸ ਪੱਧਰ ਤੇ ਫੈਲਿਆ ਹੋਇਆ ਸੀ ਤੇ ਉਹਨੇ ਕਿੰਨੇ ਲੋਕਾਂ ਨੂੰ ਨਜਾਇਜ਼ ਤਰੀਕੇ ਨਾਲ ਨੌਜਵਾਨਾਂ ਨੂੰ ਮਾਰਿਆ ਵੀ, ਫਰਜ਼ੀ ਮੁਕਾਬਲੇ ਵੀ ਕੀਤੇ। ਪੁਲਿਸ ਦੀ ਗਾਰਡ ਇੱਕ ਲੰਬਾ ਚੌੜਾ ਹਿਸਾਬ ਕਿਤਾਬ ਤੇ ਬਹੁਤ ਲੰਬਾ ਚੌੜਾ ਅਮਲਾ ਉਹਦੇ ਨਾਲ ਹਮੇਸ਼ਾ ਰਿਹਾ ਕਰਦਾ ਸੀ। ਗੱਡੀਆਂ ਦਾ ਕਾਫਲਾ ਮੁੱਖ ਮੰਤਰੀ ਦੇ ਕਾਫਲੇ ਨੂੰ ਮਾਤ ਦਿੰਦਾ ਸੀ। ਅਜੀਤ ਸਿੰਘ ਪੂਲੇ ਦੀ ਜਦੋਂ ਪੂਰੀ ਤੋਤੀ ਬੋਲ ਰਹੀ ਸੀ ਉਸ ਵਕਤ ਇੱਕ ਖਾੜਕੂ ਜਥੇਬੰਦੀ ਵੱਲੋਂ ਉਸ ਉੱਤੇ ਇੱਕ ਹਮਲਾ ਕਰਵਾਇਆ ਗਿਆ ਜੋ ਕਿ ਪੂਲੇ ਦੇ ਹੈੱਡਕੁਆਟਰ ਦੇ ਵਿੱਚ ਉਸ ਦੇ ਡੇਰੇ ਦੇ ਵਿੱਚ ਵੜ ਕੇ ਉਸ ਉੱਤੇ ਕੀਤਾ ਗਿਆ ਸੀ। ਪੂਲਾ ਸੋ ਰਿਹਾ ਸੀਗਾ ਤੇ ਉਹ ਖਾੜਕੂ ਨੇ ਪੂਲੇ ਉੱਤੇ ਗੋਲੀ ਦਾਗੀ, ਲੇਕਿਨ ਗੋਲੀ ਦਾਗਣ ਤੋਂ ਪਹਿਲਾਂ ਥੋੜੀ ਜਾਂ ਤਾਂ ਜਿਹੜਾ ਖਾੜਕੂ ਸੀ ਘਬਰਾ ਗਿਆ ਜਾਂ ਕੋਈ ਐਸੀ ਤੋਂ ਗਲਤੀ ਹੋਈ ਵੀ ਜਿਹੜੀ ਗੋਲੀ ਸੀ ਉਹ ਸੁੱਤੇ ਹੋਏ ਪੂਲੇ ਦੇ ਵੱਜਣ ਦੀ ਬਜਾਏ ਉਹਦੇ ਮੋਢੇ 'ਚੋਂ ਕ੍ਰੋਸ ਕਰਕੇ ਉਹਦੇ ਪਿੱਛੇ ਪਏ ਇੱਕ ਹੋਰ ਸਾਥੀ ਦੇ ਜਾ ਵੱਜੀ। ਪੂਲਾ ਉਸ ਹਮਲੇ ਦੇ ਵਿੱਚ ਬਚ ਗਿਆ ਤੇ ਉਸ ਤੋਂ ਬਾਅਦ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਲੇਕਿਨ ਉਹ ਨੌਜਵਾਨ ਜਾਂ ਜਿਹੜਾ ਖਾੜਕੂ ਸੀ ਉਹ ਕਿਸੇ ਤਰੀਕੇ ਨਾਲ ਇਸ ਹਮਲੇ ਵਿੱਚ ਬਚ ਨਿਕਲਿਆ। ਇਹ ਜਿਹੜਾ ਨੌਜਵਾਨ ਸੀ ਇਹ ਅਮਰੀਕੋ ਦੇ ਯਾਨੀ ਕਿ ਅਮਰੀਕ ਕੌਰ ਦੇ ਜਿਹੜੇ ਦਿਓਰ ਦਾ ਇੱਕ ਰਿਸ਼ਤੇਦਾਰ ਸੀ। ਸੋ ਇਹ ਡਰ ਸੀ ਕਿਉਂਕਿ ਪੂਲੇ ਦੀ ਉਹਨਾਂ ਦਿਨਾਂ ਵਿੱਚ ਫਿਤਰਤ ਹੁੰਦੀ ਸੀ, ਜਿਵੇਂ ਕਿ ਮੈਂ ਖਾਨਪੁਰ ਘਟਨਾ ਦਾ ਵੀ ਜ਼ਿਕਰ ਕੀਤਾ ਵੀ ਇਹ ਲੋਕਾਂ ਨੂੰ ਨਹੀਂ ਮਾਰਦਾ ਬਲਕਿ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਛੱਡਦਾ ਨਹੀਂ ਸੀ ਤੇ ਟਾਰਗੇਟ ਕਰਦਾ ਸੀ। ਸੋ ਅਮਰੀਕ ਕੌਰ ਨੂੰ ਇਹ ਲੱਗਿਆ ਵੀ ਮੇਰੇ ਦਿਓਰ ਦਾ ਇੱਕ ਰਿਸ਼ਤੇਦਾਰ ਪੂਲੇ ਉੱਤੇ ਹਮਲੇ ਦੇ ਵਿੱਚ ਇਨਵੋਲਵ ਹੈ। ਇਸ ਤਰੀਕੇ ਦੀ ਗੱਲਬਾਤ ਅੰਦਰਲੇ ਖਾਤਿਓਂ ਆ ਰਹੀ ਸੀ। ਉਹਨੂੰ ਲੱਗਾ ਕਿ ਸ਼ਾਇਦ ਪੂਲਾ ਹੁਣ ਉਹਨਾਂ ਨੂੰ ਟਾਰਗੇਟ ਕਰੇਗਾ। ਪੂਲਾ ਹਸਪਤਾਲ ਵਿੱਚ ਭਰਤੀ ਸੀ ਕਿਉਂਕਿ ਗੋਲੀ ਉਹਨੂੰ ਲੱਗੀ ਸੀ, ਲੇਕਿਨ ਉਹ ਬਚ ਨਿਕਲਿਆ ਸੀ ਉਸ ਪੂਰੇ ਹਮਲੇ ਦੇ ਵਿੱਚ। ਲੇਕਿਨ ਹਸਪਤਾਲ ਦੇ ਵਿੱਚ ਭਰਤੀ ਪੂਲੇ ਨੂੰ ਅਮਰੀਕ ਕੌਰ ਨੇ ਜਾ ਕੇ
ਮਿਲਣਾ ਸ਼ੁਰੂ ਕਰਤਾ, ਉਸ ਲਈ ਖਾਣਾ ਲੈ ਕੇ ਜਾਣਾ ਸ਼ੁਰੂ ਕਰਤਾ ਤੇ ਉਸ ਦੀ ਨਜ਼ਰਾਂ ਦੇ ਵਿੱਚ ਇੱਕ ਸਹੀ ਛਵੀ ਦਿਖਾਉਣ ਦੀ ਜਾਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਸੋ ਇਸ ਡਰ ਦੇ ਮਾਰੇ ਅਮਰੀਕੋ ਨੇ ਜਾ ਕੇ ਖਾਣਾ ਰੋਜ਼ ਪੂਲੇ ਲਈ ਲਿਜਾਣਾ ਤੇ ਇਸ ਦੌਰਾਨ ਅਮਰੀਕ ਕੌਰ ਦੀ ਜਿਹੜੀ ਭੂਮਿਕਾ ਸੀ ਜਾਂ ਉਹਦੀ ਨੇੜਤਾ ਸੀ ਉਹ ਪੂਲੇ ਦੇ ਕੈਂਪ ਦੇ ਵਿੱਚ ਜ਼ਿਆਦਾ ਵਧਣੀ ਸ਼ੁਰੂ ਹੋਈ ਤੇ ਪੂਲੇ ਦੇ ਨਾਲ ਵਿਅਕਤੀਗਤ ਪੱਧਰ ਤੇ ਵੀ ਉਸ ਦੀ ਨੇੜਤਾ ਵੱਧ ਗਈ। ਪੂਲੇ ਨੇ ਵੀ ਇਸ ਪੂਰੇ ਮੌਕੇ ਨੂੰ, ਕਿਉਂਕਿ ਪੂਲੇ ਦਾ ਜਿਹੜਾ ਆਪਣਾ ਕੈਰੈਕਟਰ ਸੀ ਉਹ ਜ਼ਿਆਦਾ ਵਧੀਆ ਕੈਰੈਕਟਰ ਨਹੀਂ ਸੀ ਤੇ ਮਹਿਲਾਵਾਂ ਦੇ ਨਾਲ, ਬੱਚਿਆਂ ਦੇ ਨਾਲ ਬਲਾਤਕਾਰ ਤੋਂ ਲੈ ਕੇ ਹੋਰ ਐਸੀਆਂ ਬਹੁਤ ਸੀ ਘਟਨਾਵਾਂ ਤੇ ਕਾਂਡ ਐਸੇ ਸਨ ਜੋ ਕਿ ਪੂਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੰਜਾਮ ਦਿੱਤੇ ਸਨ। ਪੂਲੇ ਦੇ ਕਹਿਰ ਤੋਂ ਬਚਣ ਲਈ ਅਮਰੀਕ ਕੌਰ ਨੇ ਇਹ ਪੂਰਾ ਪੈਂਤੜਾ ਅਪਣਾਇਆ ਸੀ, ਲੇਕਿਨ ਉਸ ਵਿੱਚ ਉਹ ਕਾਮਯਾਬ ਹੁੰਦੀ ਨਜ਼ਰ ਆ ਰਹੀ ਸੀ। ਪੂਲੇ ਨੇ ਵੀ ਅਮਰੀਕ ਕੌਰ ਨੂੰ ਐਕਸੈਪਟ ਕਰ ਲਿਆ ਸੀ ਤੇ ਉਸ ਨੂੰ ਆਪਣੀ ਸਾਥਣ ਦੇ ਵਜੋਂ ਇਸਤੇਮਾਲ ਕਰਨਾ ਵੀ ਸ਼ੁਰੂ ਕੀਤਾ ਤੇ ਉਸ ਦੇ ਨਾਲ ਉਸ ਦੀ ਨੇੜਤਾ ਵੀ ਵੱਧਦੀ ਗਈ। ਉਹਦੇ ਪਰਿਵਾਰ ਦੇ ਨਾਲ ਕੋਈ ਰੰਜਿਸ਼ ਜਾਂ ਕੋਈ ਗੁੱਸਾ ਪੂਲੇ ਨੇ ਨਹੀਂ ਕੱਢਿਆ। ਬੇਸ਼ੱਕ ਫਿਰ ਉਸ ਹਮਲੇ ਦੇ ਵਿੱਚ ਅਮਰੀਕੋ ਦਾ ਜਿਹੜਾ ਦਿਓਰ ਸੀ ਉਸ ਦਾ ਇੱਕ ਰਿਸ਼ਤੇਦਾਰ ਇਨਵੋਲਵ ਸੀ, ਦੂਰ ਦੀ ਰਿਸ਼ਤੇਦਾਰੀ ਸੀ, ਸੋ ਪੂਲੇ ਨੂੰ ਵੀ ਕੋਈ ਜ਼ਿਆਦਾ ਗੁੱਸਾ ਇਸ ਪ੍ਰਤੀ ਨਹੀਂ ਸੀ। ਸੋ ਗੱਲਬਾਤ ਹੁਣ ਅਮਰੀਕੋ ਤੇ ਪੂਲੇ ਦੇ ਵਿੱਚ ਦੀ ਸੀ, ਜੋ ਆਪਸੀ ਨੇੜਤਾਵਾਂ ਇਹਨਾਂ ਦੀਆਂ ਵੱਧ ਚੁੱਕੀਆਂ ਸਨ। ਇਸ ਦੌਰਾਨ ਅਮਰੀਕੋ, ਜੋ ਕਿ ਹੁਣ ਥੋੜੀ ਹੋਰ ਧੜੱਲੇ ਦੇ ਨਾਲ ਆਪਣਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਚੁੱਕੀ ਸੀ ਤੇ ਇਸ ਕਾਰੋਬਾਰ ਨੂੰ ਉਸਨੇ ਹੁਣ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰਤਾ ਸੀ, ਕਿਉਂਕਿ ਕਿਤੇ ਨਾ ਕਿਤੇ ਉਸ ਨੂੰ ਛਤਰ ਛਾਇਆ ਮਿਲ ਚੁੱਕੀ ਸੀ ਅਜੀਤ ਸਿੰਘ ਪੂਲੇ ਦੀ। ਇਸ ਦੌਰਾਨ ਉਸਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਸਨ ਤੇ ਇੱਕ ਐਸੀ ਘਟਨਾ ਦੱਸੀ ਜਾਂਦੀ ਹੈ ਜਦੋਂ ਕਿ ਇੱਕ ASI ਪੁਲਿਸ ਦਾ ਅਸਿਸਟੈਂਟ ਸਬ ਇੰਸਪੈਕਟਰ ਜਦੋਂ ਨਜਾਇਜ਼ ਸ਼ਰਾਬ ਦੇ ਉੱਤੇ ਦਬਿਸ਼ ਕਰਨ ਲਈ ਗਿਆ ਤੇ ਉਸ ਦਾ ਟਾਕਰਾ ਜਦੋਂ ਅਮਰੀਕੋ ਦੇ ਨਾਲ ਹੋਇਆ ਤਾਂ ਅਮਰੀਕੋ ਨੇ ਉਸ ਨੂੰ, ਉਹ ਐਡੀ ਜ਼ਿਆਦਾ ਉਹਦੇ ਹੌਸਲੇ ਬੁਲੰਦ ਸਨ ਵੀ ਇੱਕ ASI ਦੇ ਥੱਪੜ ਤੱਕ ਮਾਰ ਦਿੱਤਾ। ਇਹ ਮਹਿਲਾ ਬਹੁਤ ਹੀ ਜ਼ਿਆਦਾ ਦਬੰਗ ਹੋ ਚੁੱਕੀ ਸੀ, ਹਥਿਆਰ ਰੱਖਣੇ ਇਸਨੇ ਸ਼ੁਰੂ ਕਰਤੇ ਸੀ ਤੇ ਅਜੀਤ ਸਿੰਘ ਪੂਲੇ ਦਾ ਜਿਹੜਾ ਰੁਤਬਾ ਜਾਂ ਰੌਬ ਸੀ ਉਹ ਇਸ ਦੇ ਪਿੱਛੇ ਪੂਰੇ ਤਰੀਕੇ ਨਾਲ ਖੜਾ ਹੋਇਆ, ਹਰ ਹਰਕਤ ਦੇ ਵਿੱਚ ਇਸ ਦੀ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਸੀ। ਸੋ ਅਮਰੀਕੋ ਨੇ ਜਦੋਂ ASI ਨੂੰ ਥੱਪੜ ਮਾਰਿਆ ਤਾਂ ASI ਨੇ ਜਾ ਕੇ ਇਹ ਪੂਰੀ ਗੱਲਬਾਤ ਆਪਣੇ ਅਫਸਰਾਂ ਨੂੰ ਦੱਸੀ ਤੇ ਬਹੁਤ ਹੀ ਸਖਤ ਉਸ ਵਕਤ ਪਰਮਜੀਤ ਸਿੰਘ ਗਿੱਲ ਨਾਂ ਦੇ ਇੱਕ ਅਫਸਰ ਦੱਸੇ ਜਾਂਦੇ ਨੇ ਜੋ ਕਿ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ DSP ਸਨ। ਉਹਨਾਂ ਨੇ ਆ ਕੇ ਅਮਰੀਕੋ ਤੇ ਉਸ ਦੇ ਘਰੋਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਤੇ ਅਮਰੀਕੋ ਦੀ ਚੰਗੀ ਉਸ ਦੀ ਜਿਹੜੀ ਫਜ਼ੀਹਤ ਸੀ ਕੀਤੀ ਗਈ, ਉਸ ਨੂੰ ਚੌਂਕ ਦੇ ਵਿੱਚ ਲਿਆ ਕੇ ਖਿਲਾਰਤਾ ਗਿਆ ਤੇ ਜਿਹੜੀ ਸ਼ਰਾਬ ਦੀ ਟਿਊਬ ਸੀ ਦੱਸਿਆ ਜਾਂਦਾ ਉਹਦੇ ਗਲ ਵਿੱਚ ਵੀ ਪਾਤੀ ਗਈ। ਸੋ ਉਹਨੂੰ ਇੱਕ ਚੰਗਾ ਜਿਹੜਾ ਸਬਕ ਸੀ ਪੁਲਿਸ ਨੇ ਅਮਰੀਕੋ ਨੂੰ ਸਿਖਾਇਆ, ਜਿਸ ਤੋਂ ਬਾਅਦ ਕਿ ਅਮਰੀਕੋ ਦਾ ਜਿਹੜਾ ਖਾਸਮ ਖਾਸ ਸੀ ਅਜੀਤ ਸਿੰਘ ਪੂਲਾ, ਉਸਨੇ ਪੂਰੇ ਮੁੱਦੇ ਨੂੰ ਉਸ ਵਕਤ ਜਿਹੜੇ IG ਹੋਇਆ ਕਰਦੇ ਸਨ ਮਾਲ ਸਿੰਘ ਭੁੱਲਰ, ਉਹਨਾਂ ਦੇ ਨਾਲ ਟੇਕਅਪ ਕੀਤਾ। ਕਿਸੇ ਤਰੀਕੇ ਨਾਲ ਅਮਰੀਕੋ ਦੇ ਖਿਲਾਫ ਜਿਹੜਾ ਪੁਲਿਸ ਦਾ ਹੁਣ ਇੱਕ ਮਹਿਕਮੇ ਦਾ ਗੁੱਸਾ ਬਣ ਚੁੱਕਾ ਸੀ ਉਸ ਨੂੰ ਠੰਡਾ ਕਰਨ ਦੇ ਵਿੱਚ ਅਜੀਤ ਸਿੰਘ ਪੂਲਾ ਨੇ ਪੂਰਾ ਆਪਣਾ ਜ਼ੋਰ ਲਾਤਾ ਤੇ ਆਖਰਕਾਰ ਅਮਰੀਕੋ ਨੂੰ ਉਹਨਾਂ ਨੇ ਇਸ ਕੇਸ ਦੇ ਵਿੱਚ ਬਚਾ ਲਿਆ। ਅਮਰੀਕੋ ਨੂੰ ਸ਼ਰਾਬ ਦੇ ਧੰਦੇ ਤੋਂ ਵੀ ਬਾਹਰ ਨਿਕਲਣ ਲਈ ਪੂਲੇ ਨੇ ਕਾਫੀ ਹੱਦ ਤੱਕ ਉਤਸ਼ਾਹਿਤ ਕੀਤਾ ਤੇ ਜ਼ਮੀਨਾਂ ਉੱਤੇ ਕਬਜ਼ੇ ਕਰਨਾ, ਕਿਉਂਕਿ ਪੂਲੇ ਦੀ ਇੱਕ ਫਿਤਰਤ ਸੀ, ਕਈ ਡੇਰਿਆਂ ਗੁਰਦੁਆਰਿਆਂ ਦੇ ਉੱਤੇ ਉਸਨੇ ਕਬਜ਼ੇ ਕਰ ਰੱਖੇ ਸੀ ਤੇ ਉਹ ਇਸ ਹਮੇਸ਼ਾ ਫਿਰਾਕ ਵਿੱਚ ਵੀ ਰਹਿੰਦਾ ਸੀ ਵੀ ਉਹਨੂੰ ਕਦੋਂ ਕੋਈ ਨਵਾਂ ਇਲਾਕਾ ਮਿਲੇ, ਪਿੰਡਾਂ ਜਾਂ ਗੁਰਦੁਆਰਿਆਂ ਦੇ ਨਾਲ, ਡੇਰਿਆਂ ਦੇ ਨਾਲ ਜੁੜੀ ਹੋਈ ਕੋਈ ਜ਼ਮੀਨ ਮਿਲੇ ਜਿੱਥੇ ਕਿ ਉਹ ਕਬਜ਼ਾ ਕਰ ਸਕੇ। ਸੋ ਇਸੇ ਤਹਿਤ ਮੰਡ ਇਲਾਕੇ ਦੇ ਵਿੱਚ ਤਕਰੀਬਨ 9 ਕਿੱਲੇ ਦੱਸੇ ਜਾਂਦੇ ਨੇ ਜਿਨ੍ਹਾਂ ਉੱਤੇ ਕਿ ਨਜਾਇਜ਼ ਕਬਜ਼ਾ ਅਮਰੀਕੋ ਦਾ ਕਰਵਾਇਆ ਅਜੀਤ ਸਿੰਘ ਪੂਲੇ ਨੇ ਤੇ ਅਮਰੀਕੋ ਬਣ ਬੈਠੀ ਕਈ ਕਿੱਲਿਆਂ ਦੀ ਮਾਲਕ। ਸੋ ਇਸ ਤਰੀਕੇ ਨਾਲ ਅਮਰੀਕੋ ਦਾ ਜਿਹੜਾ ਸ਼ਿਫਟ ਸੀ ਬੂਟ ਲੈਗਿੰਗ ਤੋਂ ਜਾਂ ਸ਼ਰਾਬ ਦੇ ਧੰਦੇ ਤੋਂ ਹਟ ਕੇ ਹੁਣ ਉਹ ਜ਼ਮੀਨਾਂ ਉੱਤੇ ਕਬਜ਼ੇ ਨੂੰ ਲੈ ਕੇ ਹੋ ਚੁੱਕਾ ਸੀ ਜਾਂ ਜ਼ਮੀਨਾਂ ਉੱਤੇ ਕਬਜ਼ੇ ਕਰਨਾ ਉਸ ਦੀ ਫਿਤਰਤ ਹੋ ਚੁੱਕੀ ਸੀ। ਗਾਹੇ ਬਗਾਹੇ ਪੂਲੇ ਤੇ ਉਸਦੇ ਬੰਦਿਆਂ ਵੱਲੋਂ ਜਾਂ ਉਹਦੇ ਗੁੰਡੇ ਬਦਮਾਸ਼ ਜੋ ਵੀ ਉਸਨੇ ਰੱਖੇ ਹੋਏ ਸਨ ਉਹਨਾਂ ਵੱਲੋਂ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਸਨ, ਬਹੁਤ ਸੀ ਵਧੀਕੀਆਂ ਜਦੋਂ ਹੋ ਚੁੱਕੀਆਂ ਹੁੰਦੀਆਂ ਸਨ, ਉਹਨਾਂ ਤੋਂ ਬਾਅਦ ਬਹੁਤ ਸੇ ਮਾਮਲਿਆਂ ਨੂੰ ਸੈਟਲ ਕਰਨ ਲਈ ਵੀ ਅਮਰੀਕ ਕੌਰ ਦੀ ਵਰਤੋਂ ਹੋਣੀ ਸ਼ੁਰੂ ਹੋਈ ਤੇ ਅਮਰੀਕੋ ਨੂੰ ਉਹ ਪੀੜਤ ਲੋਕਾਂ ਕੋਲ ਭੇਜਿਆ ਜਾਂਦਾ ਸੀ ਜਿੱਥੇ ਕਿ ਸੁਲ੍ਹਾ ਸਮਝੌਤਾ ਜਾਂ ਕੰਪਰੋਮਾਈਜ਼ ਕੋਈ ਕਰਨਾ ਹੁੰਦਾ ਸੀ। ਸੋ ਅਮਰੀਕੋ ਦੀ ਜਿਹੜੀ ਭੂਮਿਕਾ ਸੀ ਉਹ ਇਸ ਤਰੀਕੇ ਨਾਲ ਵੱਧ ਰਹੀ ਸੀ। ਲੇਕਿਨ ਇਸ ਦੌਰਾਨ ਜਿਹੜੇ ਬਕਾਇਦਾ ਮੁਕਾਬਲੇ ਹੁੰਦੇ ਸੀ ਜਾਂ ਉਹ ਮੁਕਾਬਲੇ ਜੋ ਕਿ ਝੂਠੇ ਫਰਜ਼ੀ ਮੁਕਾਬਲੇ ਹੁੰਦੇ ਸੀ, ਨੌਜਵਾਨਾਂ ਮੁੰਡਿਆਂ ਨੂੰ ਚੱਕ ਕੇ ਅਜੀਤ ਸਿੰਘ ਪੂਲੇ ਦਾ ਕੰਮ ਸੀ, ਕਦੇ ਉਹ ਮਾਰ ਦਿੰਦਾ ਸੀ, ਕਦੇ ਆਪਣੇ ਜਿਹੜੇ ਚਹੇਤੇ ਪੁਲਿਸ ਅਫਸਰਾਂ ਨੂੰ ਉਹਨਾਂ ਦੀ ਲਾਸ਼ਾਂ ਦੇ ਦਿੰਦਾ ਸੀ ਜੋ ਕਿ ਫਰਜ਼ੀ ਮੁਕਾਬਲੇ ਦਿਖਾ ਕੇ ਮੈਡਲ ਤੇ ਸ਼ੌਹਰਤਾਂ ਬਟੋਰਦੇ ਸਨ। ਉਸ ਹੀ ਲੜੀ ਦੇ ਵਿੱਚ ਅਮਰੀਕੋ ਨੂੰ ਵੀ ਅਜੀਤ ਸਿੰਘ ਪੂਲੇ ਨੇ ਬਹੁਤ ਸ਼ੌਹਰਤ ਦਿਵਾਉਣੀ ਸ਼ੁਰੂ ਕਰਤੀ। ਅਮਰੀਕੋ ਦਾ ਇੱਕ ਜਿਹੜਾ ਛੋਟਾ ਜਿਹਾ ਘਰ ਸੀ ਅਮਰਕੋਟ ਦੇ ਵਿੱਚ, ਇੱਕ ਕਮਰੇ ਦਾ ਘਰ ਦੱਸਿਆ ਜਾਂਦਾ ਸੀ, ਉਸ ਪੂਰੇ ਘਰ ਦੇ ਉੱਤੇ ਜਿਹੜਾ ਕਬਜ਼ਾ ਸੀ ਉਹ ਅਜੀਤ ਸਿੰਘ ਪੂਲੇ ਨੇ ਅਮਰੀਕੋ ਦਾ ਕਰਵਾਤਾ। ਉਸ ਦੇ ਮਕਾਲ ਮਾਲਕ ਜਿਹੜੇ ਸਨ ਉਹਨਾਂ ਨੂੰ ਭਜਾਤਾ ਗਿਆ। ਐਸੇ ਕਈ ਝੂਠੇ ਹਮਲੇ, ਐਸੇ ਕਈ ਫਰਜ਼ੀ ਜਿਹੜੇ ਹਮਲੇ ਸਨ ਉਹ ਕਰਵਾਏ ਗਏ ਅਜੀਤ ਸਿੰਘ ਪੂਲੇ ਵੱਲੋਂ ਅਮਰੀਕੋ ਦੇ ਘਰ ਦੇ ਬਾਹਰ, ਤਾਂ ਕਿ ਉਹਨੂੰ ਇੱਕ ਮੁਕਾਬਲਾ ਦਿਖਾਇਆ ਜਾਏ ਤੇ ਅਮਰੀਕੋ ਲਈ ਵੀ ਸੁਰੱਖਿਆ ਤੇ ਗਾਰਡ ਜਿਹੜੀ ਹੈ ਉਹ ਲਈ ਜਾਏ ਤੇ ਉਸ ਦੇ ਵਿੱਚ ਕਾਮਯਾਬ ਵੀ ਅਜੀਤ ਸਿੰਘ ਪੂਲਾ ਹੋਇਆ। ਅਮਰੀਕੋ ਵੀ ਬਾਕਾਇਦਾ ਉਸ ਰੈਂਕ ਦੇ ਵਿੱਚ ਸ਼ਾਮਲ ਹੋ ਚੁੱਕੀ ਸੀ, ਯਾਨੀ ਕਿ ਉਹ ਵੀ ਉਸੇ ਤਰੀਕੇ ਦੀ ਕੈਟ ਬਣ ਚੁੱਕੀ ਸੀ ਜਿਵੇਂ ਦਾ ਖੁਦ ਅਜੀਤ ਸਿੰਘ ਪੂਲਾ ਸੀ। ਪੂਲਾ ਵੱਲੋਂ ਲਗਾਤਾਰ ਨੌਜਵਾਨਾਂ ਤੇ ਖਾੜਕੂਆਂ ਨੂੰ, ਜਾਂ ਉਹ ਨੌਜਵਾਨ ਜੋ ਕਿ ਸਿੰਘ ਸਨ ਲੇਕਿਨ ਖਾੜਕੂ ਨਹੀਂ ਸਨ, ਉਹਨਾਂ ਨੂੰ ਫੜ ਕੇ ਮਾਰਨ ਦਾ ਸਿਲਸਿਲਾ ਲਗਾਤਾਰ ਉਹਨਾਂ ਦੇ ਨਾਲ ਵੀ ਚੱਲਦਾ ਹੁੰਦਾ ਸੀ। ਸੋ ਅਮਰੀਕੋ ਦੇ ਨਾਂ ਉੱਤੇ ਵੀ ਐਸੀਆਂ ਕਈ ਜਿਹੜੇ ਝੂਠੇ ਮੁਕਾਬਲੇ ਜਿਹੜੇ ਦਿਖਾਏ ਗਏ।
ਅਮਰੀਕੋ ਦੇ ਉੱਤੇ, ਉਸਦੇ ਘਰ ਦੇ ਉੱਤੇ ਹਮਲੇ ਦਿਖਾਏ ਗਏ, ਅਮਰੀਕੋ ਨੂੰ ਗਾਰ ਦਵਾਤੀ ਗਈ। ਅਖੀਰ ਦੇ ਵਿੱਚ ਅਜੀਤ ਸਿੰਘ ਪੂਲੇ ਨੇ ਅਮਰੀਕੋ, ਉਸਦੇ ਭਰਾ ਤੇ ਉਸਦੇ ਬੇਟੇ ਨੂੰ ਪੁਲਿਸ ਦੇ ਵਿੱਚ ਹੀ ਸ਼ਾਮਲ ਕਰਵਾਤਾ। ਯਾਨੀ ਕਿ ਪੁਲਿਸ ਦੇ ਜਿਹੜੇ ਰੈਂਕ ਸੀ, ਬਾਕਾਇਦਾ ਉਸ ਵਕਤ ਅਜੀਤ ਸਿੰਘ ਸੰਧੂ ਦੱਸੇ ਜਾਂਦੇ ਹੈਗੇ ਨੇ, ਤਰਨਤਾਰਨ ਦੇ ਜੋ ਐਸਐਸਪੀ ਵੀ ਰਹੇ, ਅਜੀਤ ਸਿੰਘ ਸੰਧੂ ਹੋਣਾ ਵੱਲੋਂ ਇੱਕ ਰੈਂਕ ਜਿਹੜਾ ਸੀ ਉਹ ਵੀ ਅਮਰੀਕ ਕੌਰ ਨੂੰ ਦਿੱਤਾ। ਸੋ ਪੁਲਿਸ ਦੇ ਵਿੱਚ ਬਾਕਾਇਦਾ ਅਮਰੀਕੋ ਦੀ ਤਨਖਾਹ ਵੀ ਲੱਗ ਗਈ, ਉਸਦੇ ਬੇਟੇ ਤੇ ਅਨਪੜ੍ਹ ਭਰਾ, ਇਹ ਸਾਰੇ ਉਹ ਲੋਕ ਸਨ ਜੋ ਕਿ ਕਿਸੇ ਵੀ ਹੱਦ ਤੱਕ ਜਾਂ ਕਿਸੇ ਵੀ ਲੈਵਲ ਤੋਂ ਡਿਜ਼ਰਵ ਨਹੀਂ ਕਰਦੇ ਸਨ ਪੁਲਿਸ ਦੇ ਵਿੱਚ ਭਰਤੀ, ਲੇਕਿਨ ਇਹਨਾਂ ਨੂੰ ਪੁਲਿਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਐਸੇ 18 ਮੁਕਾਬਲੇ ਦੱਸੇ ਜਾਂਦੇ ਨੇ, 18 ਖਾੜਕੂ ਦੱਸੇ ਜਾਂਦੇ ਨੇ, ਜੋ ਕਿ ਕਿਹਾ ਜਾਂਦਾ ਹੈ ਅਮਰੀਕੋ ਦੇ ਰਿਕਾਰਡ ਦੇ ਵਿੱਚ ਪਾਏ ਗਏ। ਯਾਨੀ ਕਿ ਅਮਰੀਕੋ ਨੇ ਉਹ ਜਿਹੜੇ ਖਾੜਕੂ ਸਨ ਉਹਨਾਂ ਨੂੰ ਮਾਰ ਮੁਕਾਇਆ, ਜਦ ਕਿ ਐਸੇ ਬਹੁਤ ਘੱਟ ਮੁਕਾਬਲੇ ਹੋਏ ਸਨ। ਅਮਰੀਕੋ ਦੀ ਜਿਹੜੀ ਭੂਮਿਕਾ ਖਾੜਕੂ ਮੁਕਾਬਲਿਆਂ ਦੇ ਵਿੱਚ ਬੜੀ ਹੀ ਸੀਮਿਤ ਜਾਂ ਲਿਮਿਟਿਡ ਸੀ। ਐਟ ਬੈਸਟ ਉਹ ਪੂਲੇ ਦੀ ਸਾਥਣ ਸੀ ਤੇ ਪੂਲੇ ਦੇ ਨਾਲ ਮਿਲ ਕੇ ਉਹਨੇ ਜਿੰਨੇ ਮੁਕਾਬਲੇ ਕਰਨੇ ਸਨ ਉਹ ਕੀਤੇ ਹੁੰਦੇ ਸਨ। ਜ਼ਿਆਦਾਤਰ ਮੁਕਾਬਲੇ ਪੂਲੇ ਕਰਦਾ ਸੀ ਜਾਂ ਮੁਕਾਬਲੇ ਹੁੰਦੇ ਹੀ ਨਹੀਂ ਸਨ, ਨੌਜਵਾਨਾਂ ਨੂੰ ਚੁੱਕ ਕੇ ਮਾਰਤਾ ਜਾਂਦਾ ਸੀ ਤੇ ਬਾਅਦ ਦੇ ਵਿੱਚ ਉਹਨੂੰ ਇੱਕ ਮੁਕਾਬਲਾ ਦਿਖਾਤਾ ਜਾਂਦਾ ਸੀ। ਸੋ 18 ਮਿਲੀਟੈਂਟ ਨੂੰ ਮਾਰਨ ਵਾਲੀ ਇਹ ਅਮਰੀਕ ਕੌਰ, ਜੋ ਕਿ ਪੰਜਾਬ ਪੁਲਿਸ ਦੀ ਹੁਣ ਮਹਿਲਾ ਸਿਪਾਹੀ ਸੀ, ਉਸ ਨੂੰ ਸ਼ੌਰਯ ਚੱਕਰ ਵੀ ਮਿਲ ਜਾਂਦਾ ਹੈ। ਸੋ ਅਜੀਤ ਸਿੰਘ ਪੂਲੇ ਨੇ ਪੁਲਿਸ ਦੇ ਆਪਣੇ ਅਫਸਰਾਂ ਜਾਂ ਚਹੇਤੇ ਜਿਹੜੇ ਅਫਸਰ ਉਹਦੇ ਖਾਸ ਵੱਡੇ ਬਹੁਤ ਅਹੁਦਿਆਂ ਤੇ ਬੈਠੇ ਹੋਏ ਅਫਸਰ ਸਨ, ਉਹਨਾਂ ਤੋਂ ਅਮਰੀਕੋ ਨੂੰ ਅਵਾਰਡ ਵੀ ਦਿਵਾਤੇ, ਅਮਰੀਕੋ ਨੂੰ ਸਨਮਾਨਿਤ ਵੀ ਕਰਾਤਾ। ਇਹ ਪੂਰੀ ਗੱਲਬਾਤ ਕਈ ਸਾਲ ਜਿਹੜਾ ਸਿਲਸਿਲਾ ਤਕਰੀਬਨ 8-9 ਸਾਲ ਚੱਲਦਾ ਰਿਹਾ। ਖਾੜਕੂਵਾਦ ਦੇ ਉਸ ਦੌਰ ਦੇ ਵਿੱਚ ਜਿੰਨੀ ਚੜ੍ਹਾਈ ਅਜੀਤ ਸਿੰਘ ਪੂਲੇ ਦੀ ਸੀ, ਲਗਭਗ ਉਨੀ ਹੀ ਉਸ ਇਲਾਕੇ ਦੇ ਵਿੱਚ ਅਮਰੀਕੋ ਦੀ ਵੀ ਸੀ, ਕਿਉਂਕਿ ਅਮਰੀਕੋ ਨੇ ਵੀ ਹੁਣ ਕਈ ਹੋਰ ਨਜਾਇਜ਼ ਧੰਦੇ ਕਰਨੇ ਸ਼ੁਰੂ ਕਰਤੇ ਸਨ। ਸ਼ਰਾਬ ਦਾ ਧੰਦਾ ਬਹੁਤ, ਨਕਲੀ ਸ਼ਰਾਬ ਜਾਂ ਨਜਾਇਜ਼ ਸ਼ਰਾਬ ਦਾ ਧੰਦਾ ਬਹੁਤ ਪਿੱਛੇ ਰਹਿ ਚੁੱਕਾ ਸੀ, ਲੇਕਿਨ ਹੁਣ ਜ਼ਮੀਨਾਂ ਉੱਤੇ ਕਬਜ਼ੇ ਕਰਨਾ ਜਾਂ ਫਿਰ ਹੋਰ ਜਿਹੜੀਆਂ ਸੀਰੀਅਸ ਪੱਧਰ ਦੀ ਨਾਰਕੋਟਿਕਸ ਡਰੱਗਸ ਸਨ, ਉਹਨਾਂ ਦੇ ਵਿੱਚ ਜਿਹੜੀ ਜ਼ਿਆਦਾ ਇਨਵੋਲਵਮੈਂਟ ਇਸ ਮਹਿਲਾ ਦਾ ਕੰਮਕਾਜ ਬਣ ਚੁੱਕਾ ਸੀ। ਤੇ ਹੁਣ ਬਕਾਇਦਾ ਪੁਲਿਸ ਦੀ ਵਰਦੀ ਵੀ ਮਿਲ ਚੁੱਕੀ ਸੀ, ਇੱਕ ਰੈਂਕ ਵੀ ਮਿਲ ਚੁੱਕਾ ਸੀ। ਮਹਿਲਾ ਜਿਸ ਦੇ ਕੋਲ ਬਹੁਤ ਹੀ ਸੋਫਿਸਟੀਕੇਟਿਡ ਆਟੋਮੈਟਿਕ ਵੈਪਨ ਸਨ, SLR ਤੋਂ ਲੈ ਕੇ AK-47, ਜਨਰਲ ਪਰਪਸ ਮਸ਼ੀਨ ਗਨ, ਇਸ ਤਰੀਕੇ ਦੇ ਹਥਿਆਰ ਇਸ ਮਹਿਲਾ ਦੇ ਕੋਲ ਖੁਦ ਵੀ ਰਹੇ, ਇਹ ਖੁਦ ਚਲਾਉਂਦੀ ਵੀ ਰਹੀ ਤੇ ਬਹੁਤ ਸੀ ਤਸਵੀਰਾਂ ਦੇ ਵਿੱਚ ਵੀ ਇਸ ਨੂੰ ਉਹਨਾਂ ਨਾਲ ਦੇਖਿਆ ਜਾ ਸਕਦਾ ਹੈ। ਸੋ ਲੈ ਦੇ ਕੇ ਅਮਰੀਕ ਕੌਰ ਪੂਲੇ ਦੀ ਉਹ ਸਾਥਣ ਸਨ ਜਿਸ ਨੇ ਕਿ ਬਾਅਦ ਦੇ ਵਿੱਚ ਜਦੋਂ ਬਹੁਤ ਸੇ ਮੁਕੱਦਮੇ ਤੇ ਕੇਸ 2003 ਜਾਂ 4 ਤੋਂ ਬਾਅਦ ਖੁੱਲ੍ਹਣੇ ਸ਼ੁਰੂ ਹੋਏ, ਜਦੋਂ ਕਿ ਕਰਨਲ ਗੁਰਬੀਰਿੰਦਰ ਸਿੰਘ ਸੰਧੂ ਹੋਣਾ ਵੱਲੋਂ ਇੱਕ ਮੁਹਿੰਮ ਤੋਰੀ ਗਈ ਪੂਲੇ ਦੇ ਖਿਲਾਫ, ਉਸ ਵਕਤ ਅਮਰੀਕ ਕੌਰ ਦੀ ਵਰਤੋਂ ਕਾਫੀ ਕੀਤੀ ਜਾਣ ਲੱਗੀ। ਸੋ ਅਮਰੀਕੋ ਇੱਕ ਐਸਾ ਮੋਹਰਾ ਸੀ ਜੋ ਕਿ ਮਹਿਲਾ ਹੋਣ ਦੇ ਨਾਤੇ ਤੇ ਇੱਕ ਦਬੰਗ ਮਹਿਲਾ ਹੋਣ ਦੇ ਨਾਤੇ ਇੱਕ ਬਹੁਤ ਹੀ ਵੱਖਰੇ ਤਰੀਕੇ ਨਾਲ ਵਰਤੋਂ ਵਿੱਚ ਆ ਰਹੀ ਸੀ ਅਜੀਤ ਸਿੰਘ ਪੂਲੇ ਲਈ ਵੀ ਤੇ ਉਹ ਪੁਲਿਸ ਦੇ ਅਫਸਰਾਂ ਲਈ ਵੀ, ਜੋ ਕਿ ਇਹਦਾ ਇਲਾਕੇ ਦੇ ਵਿੱਚ ਵਧੀਕੀਆਂ ਤੇ ਤਸ਼ੱਦਦ ਕਰਦੇ ਰਹੇ। 2003 ਤੇ 4 ਤੋਂ ਬਾਅਦ ਜਦੋਂ ਕੇਸ ਖੁੱਲ੍ਹਣੇ ਪੂਲੇ ਦੇ ਸ਼ੁਰੂ ਹੋਏ ਤਾਂ ਉਸ ਵਕਤ ਬਹੁਤ ਸੇ ਐਸੇ ਕੇਸ ਸਨ ਜਿਸ ਦੇ ਵਿੱਚ ਕਿ ਵਧੀਕੀਆਂ ਬਹੁਤ ਉਤਲੇ ਪੱਧਰ ਦੀਆਂ ਹੋਈਆਂ ਸਨ, ਮਾਮਲੇ ਕਿਉਂਕਿ ਅਦਾਲਤਾਂ ਵਿੱਚ ਖੁੱਲ੍ਹ ਚੁੱਕੇ ਸਨ। ਇੱਕ ਬਹੁਤ ਵੱਡਾ ਧੜਾ ਸੀ ਕਰਨਲ ਗੁਰਬੀਰਿੰਦਰ ਸੰਧੂ ਹੋਣਾ ਵਰਗਾ, ਜੋ ਕਿ ਅਮਰੀਕੋ ਦੇ ਪਿੱਛੇ ਸੀ, ਅਜੀਤ ਸਿੰਘ ਪੂਲੇ ਦੇ ਪਿੱਛੇ ਸੀ। ਸੋ ਅਜੀਤ ਸਿੰਘ ਪੂਲੇ ਨੇ ਅਮਰੀਕੋ ਨੂੰ ਅੱਗੇ ਕਰਕੇ ਉਹ ਸਾਰੇ ਜਿਹੜੇ ਪੀੜਿਤ ਪਰਿਵਾਰ ਸਨ, ਚਾਹੇ ਉਹ ਖਾਨਪੁਰ ਦਾ ਪਰਿਵਾਰ ਹੋਵੇ ਜਾਂ ਫਿਰ ਉਹ ਪਰਿਵਾਰ ਹੋਣ ਜਿਨ੍ਹਾਂ ਦੇ ਨਾਲ ਕਿ ਬਹੁਤ ਵਧੀਕੀਆਂ ਹੋਈਆਂ, ਜਟਾਣੇ ਦਾ ਪਰਿਵਾਰ ਹੋਵੇ, ਇਹ ਸਭ ਪਰਿਵਾਰਾਂ ਤੱਕ ਪਹੁੰਚ ਕਰਨਾ ਤੇ ਕਰੋੜਾਂ ਰੁਪਏ ਦੀ ਆਫਰ ਇਹ ਪਰਿਵਾਰਾਂ ਨੂੰ ਕੀਤੀ ਗਈ। ਖਾਸ ਕਰਕੇ ਖਾਨਪੁਰ ਦਾ ਜਿਹੜਾ ਪਰਿਵਾਰ ਸੀ ਉਸ ਨੂੰ ਇਹ ਦੱਸਿਆ ਗਿਆ ਵੀ ਤੁਸੀਂ ਆਪਣੇ ਮੂੰਹੋਂ ਸਾਨੂੰ ਬੋਲੋ, ਕਿਉਂਕਿ ਜਦੋਂ ਮੁਕੱਦਮੇ ਅਦਾਲਤਾਂ ਦੇ ਵਿੱਚ ਚੱਲ ਰਹੇ ਸਨ ਉਸ ਵਕਤ ਅਮਰੀਕੋ ਜੋ ਕਿ ਇੱਕ ਵੱਖਰੀ ਭੂਮਿਕਾ ਦੇ ਵਿੱਚ ਸਾਲ 2005-6 ਦੇ ਆਸ-ਪਾਸ ਸੀ, ਉਸਨੇ ਇਹਨਾਂ ਪਰਿਵਾਰਾਂ ਤੱਕ ਪਹੁੰਚ ਵੀ ਕੀਤੀ ਤੇ ਇਹਨਾਂ ਨੂੰ ਕਰੋੜਾਂ ਰੁਪਏ ਦੀ ਆਫਰ ਦਿੱਤੀ ਤਾਂ ਕਿ ਇਹ ਕੇਸਾਂ ਦੇ ਵਿੱਚ ਮੁੱਕਰ ਜਾਣ, ਆਪਣੀ ਗਵਾਹੀਆਂ ਤੋਂ ਮੁੱਕਰ ਜਾਣ ਜਾਂ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਲੈਣ। ਮੰਦਭਾਗੀ ਗੱਲ ਇਹ ਸੀ ਵੀ 1-2 ਪਰਿਵਾਰ ਐਸੇ ਇੰਨੇ ਗਰੀਬ ਸਨ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਬਹੁਤ ਮਾੜਾ ਵੀ ਹੋਇਆ। ਮੈਂ ਜ਼ਿਕਰ ਨਹੀਂ ਕਰ ਸਕਦਾ ਉਹਨਾਂ ਦੇ ਪਰਿਵਾਰਾਂ ਨਾਲ ਜਿਸ ਤਰੀਕੇ ਦੀ ਵਧੀਕੀ ਹੋਈ, ਲੇਕਿਨ ਇਸ ਦੇ ਬਾਵਜੂਦ ਕਿਉਂਕਿ ਉਹਨਾਂ ਨੂੰ ਲੋੜ ਬਹੁਤ ਜ਼ਿਆਦਾ ਸੀ, ਉਹਨਾਂ ਨੂੰ ਚੁੱਕਣਾ ਪਿਆ ਤੇ 60 70 ਲੱਖ ਰੁਪਏ ਦੇ ਕੇ ਅਮਰੀਕੋ ਨੇ ਉਹਨਾਂ ਦੇ ਨਾਲ ਜਿਹੜੀ ਡੀਲ ਸੀ ਉਸ ਨੂੰ ਥਰੂ ਕਰਵਾਇਆ ਤੇ ਉਹਨਾਂ ਨੇ ਬਾਅਦ ਦੇ ਵਿੱਚ ਆਪਣੇ ਮੁਕੱਦਮੇ ਤੇ ਕੇਸ ਜਿਹੜੇ ਸੀ ਉਹ ਵਾਪਸ ਵੀ ਲਏ ਪੂਲੇ ਦੇ ਖਿਲਾਫ। ਕਈ ਪਰਿਵਾਰ ਸਨ ਜਿਵੇਂ ਖਾਨਪੁਰ ਦਾ ਪਰਿਵਾਰ ਸੀ, ਉਹ ਅੜੇ ਰਹੇ ਤੇ ਉਹਨਾਂ ਨੇ ਅਮਰੀਕੋ ਦੀ ਗੱਲ ਜਾਂ ਫਿਰ ਪੂਲੇ ਵੱਲੋਂ ਜਿਹੜੀ ਪੇਸ਼ਕਸ਼ ਉਹਨਾਂ ਨੂੰ ਕੀਤੀ ਜਾ ਰਹੀ ਸੀ ਕਰੋੜਾਂ ਰੁਪਇਆਂ ਦੀ ਰਿਸ਼ਵਤ ਦੀ ਜਾਂ ਉਹਨਾਂ ਕੇਸ ਵਾਪਸ ਲੈਣ ਬਦਲੇ ਉਹਨਾਂ ਦਾ ਜਿਹੜਾ ਹਰਜਾਨਾ ਜਾਂ ਜਿਹੜਾ ਮੁਆਵਜ਼ਾ ਦਿੱਤੇ ਜਾਣ ਦੀ ਪੇਸ਼ਕਸ਼ ਸੀ ਉਸ ਨੂੰ ਠੁਕਰਾਤਾ। ਸੋ ਅਮਰੀਕੋ ਦੀ ਜਿਹੜੀ ਭੂਮਿਕਾ ਸੀ ਬਾਅਦ ਦੇ ਵਿੱਚ ਕਾਫੀ ਹੱਦ ਤੱਕ ਕਈ ਸਾਲ, ਪੂਲੇ ਦੇ ਅਖੀਰੀ ਸਾਲ 2007-8 ਤੋਂ ਪਹਿਲਾਂ ਜਦੋਂ ਪੂਲੇ ਦੀ ਮੌਤ ਹੁੰਦੀ ਹੈ, ਉਸ ਤੋਂ ਪਹਿਲਾਂ ਅਮਰੀਕੋ ਨੇ ਪੂਰੇ ਏਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਅਜੀਤ ਸਿੰਘ ਪੂਲੇ ਦੇ ਖਿਲਾਫ ਜਿੰਨੀਆਂ ਵੀ ਸ਼ਿਕਾਇਤਾਂ, ਜਿੰਨੇ ਵੀ ਪੀੜਿਤ ਪੱਖ ਹੈਗੇ ਨੇ, ਉਹਨਾਂ ਨੂੰ ਪੈਸੇ ਦੇ ਕੇ ਜਾਂ ਕਰੋੜਾਂ ਰੁਪਏ ਦੇ ਕੇ ਉਹਨਾਂ ਦਾ ਮੂੰਹ ਕਿਸ ਤਰੀਕੇ ਨਾਲ ਬੰਦ ਕੀਤਾ ਜਾਏ। ਕੁਝ ਕੇਸਿਸ ਦੇ ਵਿੱਚ ਅਮਰੀਕੋ ਕਾਮਯਾਬ ਰਹੀ, ਬਹੁਤ ਸੇ ਕੇਸਿਸ ਦੇ ਵਿੱਚ ਉਹ ਕਾਮਯਾਬ ਨਹੀਂ ਰਹੀ ਤੇ ਪੂਲੇ ਨੂੰ ਸਜ਼ਾਵਾਂ ਤਾਂ ਨਹੀਂ ਹੋਈਆਂ ਲੇਕਿਨ ਜੇਲ੍ਹ ਦੇ ਵਿੱਚ ਉਸ ਨੂੰ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਉਸ ਦਾ ਕਤਲ ਕਰਤਾ ਗਿਆ। ਸੋ ਅਮਰੀਕੋ ਦੀ ਪੂਰੀ ਕਹਾਣੀ ਸੀ। ਇਹ ਦੱਸਿਆ ਜਾਂਦਾ ਤਕਰੀਬਨ 2012-13 ਤੋਂ ਬਾਅਦ ਜਾ ਕੇ ਅਮਰੀਕ ਕੌਰ ਦੀ ਜਿਹੜੀ ਮੌਤ ਹੈ ਉਹ ਇੱਕ ਕੁਦਰਤੀ ਮੌਤ ਸੀ, ਇੱਕ ਨੈਚੁਰਲ ਦੀ ਡੈਥ ਸੀ।
ਅਮਰੀਕ ਕੌਰ ਦੀ ਜਦੋਂ ਮੌਤ ਹੁੰਦੀ ਹੈ ਤਾਂ ਅਮਰੀਕ ਕੌਰ ਕੋਲ ਕਈ 100 ਕਿੱਲੇ ਜਿਹੜੀ ਜ਼ਮੀਨ ਹੈ ਜੋ ਕਿ ਉਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੱਬੀ, ਜਿਵੇਂ ਮੰਡ ਦੀ ਉਹ ਜ਼ਮੀਨ ਸੀ ਜੋ ਜਿਸ ਉੱਤੇ ਕਿ ਕਬਜ਼ੇ ਜਿਹੜੇ ਕਰਵਾਉਣ ਦੇ ਵਿੱਚ ਪੂਲੇ ਨੇ ਉਸ ਦੀ ਹਮੇਸ਼ਾ ਹੀ ਮਦਦ ਕੀਤੀ। ਉਸ ਦੀ ਸੰਪत्ति ਦੀ ਉਹ ਮਾਲਕ ਅਮਰੀਕੋ ਖੁਦ ਸੀ। ਇੱਕ ਬਹੁਤ ਲੰਬਾ ਚੌੜਾ ਉਸਦਾ ਪਰਿਵਾਰ ਵੀ ਸੀ, ਪੁੱਤਰ ਨੂੰਹਾਂ ਸਨ ਸਾਰੇ। ਬਾਅਦ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਉਹਦੇ ਇੱਕ ਅੱਧੇ ਬੇਟੇ ਦੀ ਵੀ ਜਿਹੜੀ ਮੌਤ ਹੈ ਉਹ ਨਸ਼ੇ ਦੇ ਕਾਰਨ ਹੋਈ ਹੈ। ਅਮਰੀਕੋ ਦੀ ਵੀ ਆਪਣੀ ਜਿਹੜੀ ਮੌਤ ਸੀ ਉਹ ਇੱਕ ਨੈਚੁਰਲ ਤਰੀਕੇ ਨਾਲ ਹੋਈ ਸੀ। ਲੇਕਿਨ ਪੰਜਾਬ ਦੀ ਇੱਕ ਮਹਿਲਾਵਾਂ ਦੇ ਵਿੱਚ ਇੱਕ ਐਸੀ ਮਹਿਲਾ ਸੀ ਜੋ ਕਿ ਅਜੀਤ ਸਿੰਘ ਪੂਲੇ ਦੀ ਸਾਥਣ ਬਣ ਕੇ ਇਹਨੇ ਬਹੁਤ ਹੀ ਵਧੀਕੀਆਂ ਤੇ ਤਸ਼ੱਦਦਾਂ ਕੀਤੀਆਂ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦਾ ਰਿਕਾਰਡ ਜਿਹੜਾ ਹੈ ਉਹ ਕੁਝ ਹੋਰ ਬੋਲਦਾ ਹੈ, ਕਿਉਂਕਿ ਸ਼ੌਰਯ ਚੱਕਰ ਇਸ ਮਹਿਲਾ ਨੂੰ ਦਿੱਤਾ ਗਿਆ ਸੀ। ਤੇ ਸਾਲ 2015-16 ਦੇ ਆਸ-ਪਾਸ ਇੱਕ ਬਾਲੀਵੁੱਡ ਦਾ ਕਰੂ ਜਿਹੜਾ ਸੀਗਾ, ਇੱਕ ਪ੍ਰੋਡਕਸ਼ਨ ਟੀਮ ਸੀ ਜਾਂ ਇੱਕ ਪ੍ਰੋਡਕਸ਼ਨ ਹਾਊਸ ਸੀ ਜਿਸ ਨੇ ਕਿ ਇੱਕ ਫਿਲਮ ਅਨਾਉਂਸ ਕੀਤੀ ਸੀ ਜੋ ਕਿ ਅਮਰੀਕ ਕੌਰ ਦੀ ਕਹਾਣੀ ਉੱਤੇ ਬਣਨੀ ਸੀ। ਉਸ ਫਿਲਮ ਦਾ ਨਾਮ ਸਰਦਾਰਨੀ ਦੱਸਿਆ ਗਿਆ ਸੀ। ਹਾਲਾਂਕਿ ਉਹ ਫਿਲਮ ਲਾਂਚ ਹੋਈ ਜਾਂ ਨਹੀਂ ਹੋਈ ਉਸ ਉੱਤੇ ਜਿੰਨੀ ਵੀ ਮੈਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਉਸ ਮੁਤਾਬਕ ਉਹ ਸ਼ਾਇਦ ਫਿਲਮ ਬਣ ਨਹੀਂ ਪਾਈ। ਹੋ ਸਕਦਾ ਪੋਸੀਬਿਲਿਟੀ ਇਹ ਹੈ ਵੀ ਕੁਝ ਜਿਹੜੇ ਤੱਥ ਹੈਗੇ ਨੇ, ਸਹੀ ਜਿਹੜੇ ਤੱਥ ਹੈਗੇ ਨੇ, ਕਿਉਂਕਿ ਉਸ ਫਿਲਮ ਦੇ ਵਿੱਚ ਸਰਦਾਰਨੀ, ਕਿਉਂਕਿ ਅਮਰੀਕ ਕੌਰ ਨੂੰ ਬਾਅਦ ਦੇ ਵਿੱਚ ਸਰਦਾਰਨੀ ਅਮਰੀਕ ਕੌਰ ਕਿਹਾ ਜਾਣ ਲੱਗਾ ਕਿਉਂਕਿ ਉਹਦੇ ਕੋਲ ਕਈ 100 ਕਿੱਲੇ ਜ਼ਮੀਨ ਸੀ। ਹੁਣ ਉਹ ਇੱਕ ਸਰਦਾਰਨੀ ਬਣ ਚੁੱਕੀ ਸੀ। ਸੋ ਸਰਦਾਰਨੀ ਅਮਰੀਕ ਕੌਰ ਦੇ ਉੱਤੇ ਉਤਸ਼ਾਹਿਤ ਹੋ ਕੇ ਬਾਲੀਵੁੱਡ ਦੇ ਕੁਝ ਪ੍ਰੋਡਿਊਸਰ ਆਏ ਤੇ ਉਹਨਾਂ ਨੇ ਉਸ ਉੱਤੇ ਇੱਕ ਫਿਲਮ ਅਨਾਉਂਸ ਕਰਤੀ। ਕਿਉਂਕਿ ਸ਼ੌਰਯ ਚੱਕਰ ਅਵਾਰਡ ਮਿਲਿਆ ਹੋਇਆ ਸੀ, ਕਿਸੇ ਨੂੰ ਇਸ ਚੀਜ਼ ਦੇ ਉੱਤੇ ਕੋਈ ਸ਼ੱਕ ਨਹੀਂ ਸੀ ਵੀ ਇਸ ਦੀ ਭੂਮਿਕਾ ਕੀ ਸੀ। ਲੇਕਿਨ ਅਸਲ ਕਹਾਣੀ ਜਿਹੜੀ ਅਮਰੀਕ ਕੌਰ ਦੇ ਪਿੱਛੇ, ਜਾਂ ਅਮਰੀਕੋ ਜੋ ਕਿ ਸ਼ੌਰਯ ਚੱਕਰ ਅਵਾਰਡੀ ਸੀ, ਪੰਜਾਬ ਪੁਲਿਸ ਦੀ ਇੱਕ ਮੁਲਾਜ਼ਮ ਸੀ, ਉਹਦੇ ਪਿੱਛੇ ਅਸਲੀ ਕਹਾਣੀ ਸੀ ਅਜੀਤ ਸਿੰਘ ਪੂਲਾ। ਬੇਸ਼ੱਕ ਅਮਰੀਕੋ ਨੇ ਪੂਲੇ ਦੀ ਮਦਦ ਦੇ ਨਾਲ ਹੀ ਸਭ ਕੁਝ ਹਾਸਲ ਕੀਤਾ। ਜੋ ਵੀ ਉਹ ਸੀ ਉਸ ਦੇ ਵਿੱਚ ਪੂਲੇ ਦਾ ਬਹੁਤ ਵੱਡਾ ਹੱਥ ਸੀ। ਪੁਲਿਸ ਅਫਸਰਾਂ ਦੇ ਨਾਲ ਮਿਲਵਾਉਣ ਦੇ ਵਿੱਚ, ਉਹਨਾਂ ਤੋਂ ਉਸ ਨੂੰ ਅਵਾਰਡ ਦਿਵਾਉਣ ਦੇ ਵਿੱਚ, ਨੌਕਰੀਆਂ ਦਿਵਾਉਣ ਦੇ ਵਿੱਚ, ਕਬਜ਼ੇ ਕਰਾਉਣ ਦੇ ਵਿੱਚ, ਇਹ ਸਾਰੀ ਗੱਲਾਂ ਉੱਤੇ ਪੂਲੇ ਦੀ ਜਿਹੜੀ ਛਾਪ ਸੀ ਉਹ ਲਗਾਤਾਰ ਸੀ। ਇਹੀ ਕਾਰਨ ਸੀ ਬਾਅਦ ਦੇ ਵਿੱਚ ਸ਼ਾਇਦ ਜਿਹੜੇ ਲੋਕ ਉਸ ਉੱਤੇ ਫਿਲਮ ਬਣਾ ਰਹੇ ਸਨ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਕਹਾਣੀ ਐਡੀ ਸਹੀ ਨਹੀਂ ਹੈ, ਕਿਉਂਕਿ ਜੋ ਰਿਕਾਰਡ ਬੋਲਦਾ ਹੈ ਜਿੰਨੀ 18 ਖਾੜਕੂਆਂ ਨੂੰ ਮਾਰੇ ਜਾਂਦੀ ਜਿਹੜੀਆਂ ਕਹਾਣੀਆਂ ਦੱਸੀਆਂ ਗਈਆਂ ਨੇ ਅਮਰੀਕੋ ਦੇ ਨਾਂ 'ਤੇ, ਉਹ ਵਾਸਤਵਿਕਤਾ ਦੇ ਵਿੱਚ, ਅਸਲੀਅਤ ਦੇ ਵਿੱਚ ਕੁਝ ਹੋਰ ਕਹਾਣੀ ਹੈ। ਉਹ ਮਹਿਲਾ ਜੋ ਕਿ ਬੇਸ਼ੱਕ ਦਬੰਗ ਮੰਨੀ ਜਾ ਸਕਦੀ ਹੈ, ਉਹ ਮਹਿਲਾ ਜੋ ਕਿ ਆਪਣੇ ਮਫਾਦਾਂ ਲਈ ਇੱਕ ਬਹਾਦਰ ਔਰਤ ਵੀ ਮੰਨੀ ਜਾ ਸਕਦੀ ਹੈ, ਲੇਕਿਨ ਉਸਨੇ ਪੂਲੇ ਵਰਗੇ ਦਾ ਲੜ ਫੜ ਰੱਖਿਆ ਸੀ ਤੇ ਉਹਦੇ ਨਾਲ ਹੀ ਮਿਲ ਕੇ ਉਹ ਕੰਮ ਕਰਦੀ ਸੀ, ਉਹਦੇ ਹੀ ਮਨਸੂਬਿਆਂ ਦੇ ਤਹਿਤ ਉਹ ਕੰਮ ਕਰਦੀ ਸੀ। ਉਹੀ ਖਤਰਨਾਕ ਕੰਮ ਕਰਦੀ ਸੀ, ਉਹੀ ਗਲਤ ਕੰਮ ਕਰਦੀ ਸੀ, ਨਜਾਇਜ਼ ਵਧੀਕੀਆਂ ਕਰਦੀ ਸੀ, ਜੋ ਕਿ ਪੂਲੇ ਦੇ ਵੱਖ-ਵੱਖ ਐਪੀਸੋਡ ਦੇ ਵਿੱਚ ਮੈਂ ਪਹਿਲਾਂ ਵੀ ਉਹਨਾਂ ਦਾ ਜ਼ਿਕਰ ਕੀਤਾ। ਕਈ ਕੇਸਿਸ ਦਾ ਬਹੁਤ ਵਿਸਤਾਰ ਦੇ ਵਿੱਚ ਅਸੀਂ ਦੱਸਿਆ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇ ਵੀ ਅਮਰੀਕੋ ਦਾ ਜਿਹੜਾ ਪਤੀ ਸੀ ਉਸਦਾ ਨਾਮ ਸੁਬੇਗ ਸਿੰਘ ਸੀ, ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹੈ। ਸੁਬੇਗ ਸਿੰਘ ਦੀ ਜਿਹੜੀ ਮੌਤ ਹੈ ਉਹ ਵੀ ਖਾੜਕੂ ਮੁਕਾਬਲੇ ਦੇ ਵਿੱਚ ਹੀ ਹੁੰਦੀ ਹੈ। ਮੰਡ ਦੀ ਉਹ 9 ਕਿੱਲੇ ਦੇ ਆਸ-ਪਾਸ ਜ਼ਮੀਨ ਜਿਸ ਉੱਤੇ ਕਿ ਨਜਾਇਜ਼ ਕਬਜ਼ਾ ਅਮਰੀਕੋ ਵੱਲੋਂ ਕੀਤਾ ਗਿਆ ਸੀ। ਸੋ ਅਮਰੀਕੋ ਦੇ ਪਤੀ ਸੁਬੇਗ ਸਿੰਘ ਉਸੇ ਖੇਤ ਦੇ ਵਿੱਚ ਖਾੜਕੂਆਂ ਦੇ ਨਾਲ ਮੁਕਾਬਲੇ ਵਿੱਚ ਮਾਰੇ ਜਾਂਦੇ ਨੇ। ਇੱਕ ਥਿਊਰੀ ਇਹ ਵੀ ਚੱਲਦੀ ਹੈ ਵੀ ਸ਼ਾਇਦ ਇਸ ਮੌਤ ਦੇ ਪਿੱਛੇ ਵੀ ਕਾਫੀ ਹੱਦ ਤੱਕ ਹੱਥ ਜਿਹੜਾ ਹੈ ਉਹ ਅਜੀਤ ਸਿੰਘ ਪੂਲੇ ਜਾਂ ਉਸ ਦੇ ਕਿਸੇ ਬੰਦੇ ਦਾ ਸੀ। ਲੇਕਿਨ ਜੇ ਰਿਕਾਰਡ ਦੀ ਗੱਲ ਕਰੀਏ ਤਾਂ ਇੱਕ ਖਾੜਕੂ ਮੁਕਾਬਲਾ ਸੀ ਜਿਸ ਦੇ ਵਿੱਚ ਕਿ ਕੁਝ ਖਾੜਕੂਆਂ ਵੱਲੋਂ ਸੁਬੇਗ ਸਿੰਘ ਦੀ ਹੱਤਿਆ ਕਰਤੀ ਗਈ ਸੀ। ਹਾਲਾਂਕਿ ਹੱਤਿਆ ਖਾੜਕੂਆਂ ਵੱਲੋਂ ਸੀ ਜਾਂ ਫਿਰ ਪੂਲੇ ਵੱਲੋਂ ਸਟੇਜ ਮੈਨੇਜ ਕਰਾਇਆ ਗਿਆ ਇੱਕ ਐਸਾ ਵਾਰਦਾਤ ਸੀ ਜਿਸ ਦੇ ਵਿੱਚ ਕਿ ਉਸ ਦਾ ਮਕਸਦ ਸੁਬੇਗ ਸਿੰਘ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਸੀਗਾ। ਲੇਕਿਨ ਸੁਬੇਗ ਸਿੰਘ ਦੇ ਜਿਹੜੇ ਸੰਬੰਧ ਸਨ ਉਹ ਬਿਲਕੁਲ ਠੀਕ ਠਾਕ ਸਨ। ਹਾਲਾਂਕਿ ਅਜੀਤ ਸਿੰਘ ਪੂਲੇ ਦੇ ਨਾਲ ਜਿਹੜੀ ਅਮਰੀਕੋ ਦੀ ਨੇੜਤਾ ਸੀ ਉਸ ਉੱਤੇ ਸੁਬੇਗ ਸਿੰਘ ਨੇ ਵੀ ਕੋਈ ਵੱਡਾ ਇਤਰਾਜ਼ ਨਹੀਂ ਸੀ ਕੀਤਾ। ਸੋ ਇਸ ਤਰੀਕੇ ਦਾ ਇੱਕ ਬਹੁਤ ਹੀ ਕੰਪਲੈਕਸ ਜਿਹਾ ਇੱਕ ਸਿਸਟਮ ਜਿਹੜਾ ਚੱਲਦਾ ਸੀ ਉਸ ਵਕਤ। ਸੋ ਇਹ ਪੂਰੀ ਅਮਰੀਕੋ ਦੀ ਕਹਾਣੀ ਸੀ। ਅਮਰੀਕੋ ਦੀ ਮੌਤ ਇੱਕ ਨੈਚੁਰਲ ਤਰੀਕੇ ਨਾਲ ਹੋਈ, ਉਹ ਕੋਈ ਮੁਕਾਬਲੇ ਦੇ ਵਿੱਚ ਨਹੀਂ ਮਾਰੀ ਗਈ। ਲੇਕਿਨ ਉਸ ਦੇ ਨਾਲ ਜਿਹੜਾ ਇੱਕ ਲੈਜੈਂਡ ਬੋਲਦਾ ਹੈ, ਉਹਦੇ ਨਾਲ ਜੋ ਉਹਦੀ ਕਹਾਣੀ ਬੋਲਦੀ ਹੈ, ਜੋ ਪੁਲਿਸ ਦੇ ਰਿਕਾਰਡ ਬੋਲਦੇ ਨੇ, ਉਹ ਹੈਰਾਨ ਕਰ ਦੇਣ ਵਾਲੇ ਹੈਗੇ ਨੇ। ਤੇ ਅਜਿਹੇ ਲੋਕਾਂ ਦਾ ਵੀ ਨਾਂ ਇਸ ਤਰੀਕੇ ਨਾਲ ਦਰਜ ਹੈ ਤੇ ਉਹਨਾਂ ਨੂੰ ਵੀ ਖਾੜਕੂਆਂ ਦੇ ਨਾਲ ਮੁਕਾਬਲੇ ਦੇ ਪੱਖੋਂ ਹੀ ਸਨਮਾਨਾਂ ਦੇ ਨਾਲ ਨਵਾਜਿਆ ਵੀ ਗਿਆ ਤੇ ਉਹਨਾਂ ਦੇ ਨਾਂ ਉਹਨਾਂ ਲਿਸਟਾਂ ਦੇ ਵਿੱਚ ਦਰਜ ਵੀ ਕੀਤੇ ਗਏ। ਤੇ ਬਹੁਤ ਵੱਡਾ ਅਵਾਰਡ ਹੁੰਦਾ ਸ਼ੌਰਯ ਚੱਕਰ। ਉਸ ਅਵਾਰਡ ਨੂੰ ਉਸ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਭਵਿੱਖ ਦੀ ਪੀੜ੍ਹੀਆਂ ਲਈ ਜਾਂ ਜਨਰੇਸ਼ਨਸ ਲਈ ਇੱਕ ਸੰਸਾ ਜ਼ਰੂਰ ਕ੍ਰੀਏਟ ਕਰਦਾ ਹੈ। ਕਿਉਂਕਿ ਜਦੋਂ ਇਸ ਪੂਰੇ ਮਾਮਲੇ ਦੀ ਘੋਖ ਕਰਨ ਦੀ ਕੋਸ਼ਿਸ਼ ਮੈਂ ਕੀਤੀ ਤਾਂ ਮੈਨੂੰ ਪੂਲੇ, ਅਜੀਤ ਸਿੰਘ ਪੂਲੇ ਦੇ ਨਾਲ ਇਸ ਪੂਰੀ ਘਟਨਾਕ੍ਰਮ ਨੂੰ ਜਦੋਂ ਅਸੀਂ ਜੋੜ ਕੇ ਵੇਖਦੇ ਹਾਂ ਤਾਂ ਬੜੀ ਕਲੀਅਰਲੀ ਸਭ ਗੱਲਬਾਤ ਸਮਝ ਆ ਜਾਂਦੀ ਹੈ ਵੀ ਅਮਰੀਕ ਕੌਰ ਤੇ ਅਮਰੀਕੋ ਦੀ ਕੀ ਭੂਮਿਕਾ ਸੀ। ਲੇਕਿਨ ਜਦੋਂ ਅਸੀਂ ਪੂਰਾ ਦੂਸਰਾ ਰਿਕਾਰਡ ਪੜ੍ਹਦੇ ਹਾਂ ਉਸ ਵਿੱਚ ਇਹ ਨਜ਼ਰ ਆਉਂਦਾ ਵੀ ਇਹ ਮਹਿਲਾ ਤਾਂ ਖਾੜਕੂਆਂ ਦੇ ਨਾਲ ਲੜਨ ਵਾਲੀ ਇੱਕ ਬਹੁਤ ਬਹਾਦਰ ਸ਼ੇਰਨੀ ਸੀ, ਸਰਦਾਰਨੀ ਸੀ, ਜਿਸ ਉੱਤੇ ਫਿਲਮ ਵੀ ਸਰਦਾਰਨੀ ਨਾਂ ਤੋਂ ਹੀ ਬਣਨੀ ਸੀ। ਸੋ ਇੱਕ ਬਹੁਤ ਵੱਡਾ ਸੰਸਾ ਜਿਹੜਾ ਹੈ ਕ੍ਰੀਏਟ ਹੋ ਜਾਂਦਾ। ਲੇਕਿਨ ਜੋ ਗੱਲਾਂ ਬਾਤਾਂ ਮੈਂ ਤੁਹਾਨੂੰ ਦੱਸੀਆਂ ਨੇ ਫੈਕਟਸ ਉਹੀ ਨੇ। ਸੋ ਲੈ ਦੇ ਕੇ ਇਸ ਮਹਿਲਾ ਦੇ ਬਾਰੇ ਬਹੁਤ ਸੀ ਚੀਜ਼ਾਂ ਹੋਰ ਵੀ ਹੈਗੀਆਂ ਨੇ, ਲੇਕਿਨ ਉਹ ਮੈਂ ਟੀਵੀ ਦੇ ਉੱਤੇ ਬਿਆਨ ਨਹੀਂ ਕਰ ਸਕਦਾ ਕਿਉਂਕਿ ਕੁਝ ਮਰਿਆਦਾ ਹੁੰਦੀ ਹੈ। ਬਹੁਤ ਸੀ ਐਸੀਆਂ ਗੱਲਾਂ ਬਾਤਾਂ ਜੋ ਕਿ ਉਹਨਾਂ ਫੈਕਟਸ ਦੇ ਵਿੱਚ ਨਿਕਲੀਆਂ ਜ਼ਰੂਰ, ਲੇਕਿਨ ਮੈਂ ਉਹਨਾਂ ਨੂੰ ਇੰਨਾ ਜ਼ਿਆਦਾ ਸਪੇਸ ਦੇਣਾ ਇਸ ਵੀਡੀਓ ਦੇ ਹੱਦਾਂ ਇਸ ਦਾਇਰੇ ਦੇ ਵਿੱਚ ਮੁਨਾਸਿਬ ਨਹੀਂ ਸਮਝਦਾ। ਲੇਕਿਨ ਤੁਸੀਂ ਅੱਛੀ ਤਰ੍ਹਾਂ ਸਮਝ ਚੁੱਕੇ ਹੋ ਅਜੀਤ ਸਿੰਘ ਪੂਲਾ ਦੇ ਨਾਲ ਅਮਰੀਕੋ ਦੀ ਜਿਹੜੀ ਨੇੜਤਾ ਸੀ ਉਹ ਕਿਸ ਹੱਦ ਤੱਕ ਸੀ। ਸੋ ਬਹੁਤ ਹੀ ਇੰਟਰਸਟਿੰਗ ਇੱਕ ਕਿਰਦਾਰ ਸੀ, ਕੈਰੈਕਟਰ ਸੀ ਜਿਸ ਦੀ ਕਿ ਮੌਤ ਇੱਕ ਕੁਦਰਤੀ ਤਰੀਕੇ ਨਾਲ ਹੋਈ।
ਲੇਕਿਨ ਇਹੋ ਜਿਹੇ ਲੋਕਾਂ ਨੂੰ ਜਦੋਂ ਦੇਖਦੇ ਹਾਂ ਸਮਝਦੇ ਹਾਂ ਤਾਂ ਉਸ ਵਕਤ ਬਲੈਕ ਐਂਡ ਵਾਈਟ ਸਭ ਕੁਝ ਨਹੀਂ ਹੁੰਦਾ, ਗ੍ਰੇ ਏਰੀਆਜ਼ ਬਹੁਤ ਹੁੰਦੇ ਨੇ ਤੇ ਇਹੋ ਜਿਹੇ ਲੋਕ ਜੋ ਕਿ ਇੱਕ ਸੋਸ਼ਲ ਸੈਗਮੈਂਟ ਦੇ ਬਹੁਤ ਨਿਚਲੇ ਤਬਕੇ ਤੋਂ ਉੱਠ ਕੇ ਆਉਂਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਰਵਾਈਵਲ ਆਫ ਦਾ ਫਿਟੈਸਟ ਦੀ ਗੱਲ ਹੁੰਦੀ ਹੈ ਜਾਂ ਐਗਜ਼ਿਸਟੈਂਸ ਦੀ ਗੱਲ ਹੁੰਦੀ ਹੈ, ਜਿਉਂਦੇ ਰਹਿਣ ਦੀ ਗੱਲ ਹੁੰਦੀ ਹੈ, ਉਹ ਕੀ ਕੁਝ ਕਰਦੇ ਨੇ ਤੇ ਫਿਰ ਕਈ ਵਾਰ ਉसी ਕਵਾਇਦ ਦੇ ਵਿੱਚ ਉसी ਕੋਸ਼ਿਸ਼ਾਂ ਹੀ ਕੋਸ਼ਿਸ਼ਾਂ ਦੇ ਤਹਿਤ ਉਹ ਬਹੁਤ ਹੀ ਇੱਕ ਵੱਖਰਾ ਮੁਕਾਮ ਛੂ ਜਾਂਦੇ ਨੇ ਤੇ ਇੱਕ ਐਸੀ ਲੜੀ ਦੀ ਇੱਕ ਐਸੀ ਸੀਰੀਜ਼ ਦਾ ਹਿੱਸਾ ਬਣ ਜਾਂਦੇ ਨੇ, ਇੱਕ ਐਸੇ ਇਕੋਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਜਿਸ ਵਿੱਚ ਹੀ ਉਹ ਵੀ ਹੀਰੋ ਬਣ ਕੇ ਉੱਭਰ ਆਉਂਦੇ ਨੇ, ਜਿਵੇਂ ਕਿ ਕੁਝ ਪੱਖਾਂ ਲਈ ਜਾਂ ਕੁਝ ਵਰਗਾਂ ਲਈ ਅਮਰੀਕ ਕੌਰ ਯਾਨੀ ਕਿ ਅਮਰੀਕੋ ਉੱਭਰ ਕੇ ਸਾਹਮਣੇ ਆਈ। ਲੇਕਿਨ ਇਹਦਾ ਜਿਹੜਾ ਕਿਰਦਾਰ ਸੀ, ਇਹਦਾ ਜਿਹੜੀ ਓਵਰਆਲ ਪਰਸੋਨਾ ਸੀ, ਇੱਕ ਨੈਗੇਟਿਵ ਪਰਸੋਨਾ। ਸੋ ਪੂਲੇ ਵਰਗਿਆਂ ਦੀ ਛਤਰ ਛਾਇਆ ਦੇ ਵਿੱਚ ਇਹ ਆਸ ਨਹੀਂ ਕੀਤੀ ਜਾ ਸਕਦੀ ਵੀ ਅਮਰੀਕ ਕੌਰ ਜਾਂ ਅਮਰੀਕੋ ਨੇ ਕੋਈ ਮਜਬੂਰੀ ਤਹਿਤ ਇਹ ਸਭ ਕੁਝ ਕੀਤਾ, ਕਿਉਂਕਿ ਜੋ ਵੀ ਉਹਨੇ ਆਨੰਦ ਮਾਣੇ, ਜੋ ਵੀ ਸੰਪत्तियां ਉਸਨੇ ਬਣਾਈਆਂ, ਜੋ ਵੀ ਉਸਨੇ ਗੋਰਖ ਧੰਦੇ ਆਪਣੇ ਉਹਨਾਂ ਨੂੰ ਹੋਰ ਫੈਲਾਇਆ, ਉਹ ਸਾਰੇ ਅਜੀਤ ਸਿੰਘ ਪੂਲੇ ਦੀ ਗੁੰਡਾਗਰਦੀ ਤੇ ਬਦਮਾਸ਼ੀ ਦੇ ਕਾਰਨ ਹੀ ਸੰਭਵ ਹੋ ਪਾਏ। ਸੋ ਜੇ ਅਜੀਤ ਸਿੰਘ ਪੂਲਾ ਓਡਾ ਵੱਡਾ ਇੱਕ ਵਿਲਨ ਸੀ ਤਾਂ ਅਮਰੀਕ ਕੌਰ ਵਰਗਿਆਂ ਨੂੰ ਵੀ ਕੋਈ ਵੀ ਉਹਨਾਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਸਹਾਨੂਭੂਤੀ ਨਹੀਂ ਹੋ ਸਕਦੀ। ਲੇਕਿਨ ਕਿਉਂਕਿ ਇੱਕ ਦਿਲਚਸਪ ਕੈਰੈਕਟਰ ਤੇ ਕਿਰਦਾਰ ਸੀ, ਇਸ ਨੂੰ ਸਮਝਣਾ ਜ਼ਰੂਰੀ ਸੀ। ਪੰਜਾਬ ਦੇ ਵਿੱਚ ਖਾੜਕੂਵਾਦ ਦੇ ਦੌਰ ਦੇ ਵਿੱਚ ਜਾਂ ਜਿਹੜਾ ਵੀ ਉਹ ਖੂਨੀ ਘੋਲ ਤੇ ਸੰਘਰਸ਼ ਹੋਇਆ, ਪੁਲਿਸ ਦੇ ਜਿਹੜੇ ਮੁਕਾਬਲੇ ਹੁੰਦੇ ਸੀ, ਕਈ ਥਾਵਾਂ ਤੇ ਸਹੀ ਹੁੰਦੇ ਸੀ, ਕਈ ਥਾਵਾਂ ਤੇ ਗਲਤ ਹੁੰਦੇ ਸੀ, ਉਹਨਾਂ ਦੇ ਵਿੱਚ ਇਹੋ ਜਿਹੇ ਕਿਰਦਾਰ ਵੀ ਹੋਇਆ ਕਰਦੇ ਸਨ ਜੋ ਕਿ ਮਹਿਲਾ ਕੈਟ ਦੀ ਭੂਮਿਕਾ ਦੇ ਵਿੱਚ ਵੀ ਬਹੁਤ ਵੱਡੇ ਰੋਲ ਅਦਾ ਕਰਿਆ ਕਰਦੇ ਸਨ। ਸੋ ਮੈਨੂੰ ਲੱਗਾ ਕਿ ਇਸ ਕਹਾਣੀ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ, ਮੈਂ ਕੀਤੀ। ਉਮੀਦ ਕਰਾਂਗੇ ਤੁਹਾਨੂੰ ਥੋੜੀ ਡਿਫਰੈਂਟ ਲੱਗੀ ਹੋਏਗੀ, ਕਿਉਂਕਿ ਬਹੁਤ ਘੱਟ ਗੱਲਬਾਤ ਇਸ ਦੇ ਸੰਦਰਭ ਵਿੱਚ ਸੁਣਨ ਨੂੰ ਮਿਲੀ ਹੈ। ਸੋ ਹੋਰ ਤੁਸੀਂ ਵੀ ਘੋਖ ਕਰਿਓ, ਕਦੇ ਮੌਕਾ ਮਿਲਿਆ ਤਾਂ ਮੈਂ ਵੀ ਹੋਰ ਰਿਸਰਚ ਕਰਕੇ ਜੇ ਕੁਝ ਹੋਰ ਦਿਲਚਸਪ ਚੀਜ਼ ਨਿਕਲੀ ਤਾਂ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਬਹੁਤ ਧੰਨਵਾਦ। ਰਿਤੇਸ਼ ਲੱਖੀ ਅਨਪਲੱਗਡ ਨਾਲ ਜੁਟੇ ਰਹੋ। ਇਸੇ ਤਰੀਕੇ ਦੇ ਵੀਡੀਓਜ਼ ਜਾਂ ਰਿਪੋਰਟਸ ਲਈ ਸਾਡੇ ਨਾਲ ਇਨ ਟੱਚ ਰਹੋ। ਬਹੁਤ ਬਹੁਤ ਧੰਨਵਾਦ।